My loving students, in this lecture, we shall do imperative sentences, translation of imperative sentences. Imperative sentences ਉਹ ਹੁੰਦੇ ਨੇ ਜਿਨ੍ਹਾਂ ਵਿੱਚ ਕੋਈ ਬੇਨਤੀ ਕੀਤੀ ਜਾਵੇ, ਕੋਈ ਹੁਕਮ ਦਿੱਤਾ ਜਾਵੇ, ਕੋਈ ਸਲਾਹ ਜਾਂ ਸਿੱਖਿਆ ਦਿੱਤੀ ਜਾਵੇ ਜਾਂ ਕੋਈ ਸੁਜੈਸ਼ਨ ਦਿੱਤਾ ਜਾਵੇ। ਇਹ ਵਰਬ ਨਾਲ ਸ਼ੁਰੂ ਹੁੰਦੇ ਨੇ ਜਾਂ ਅੱਗੇ ਕੋਈ ਐਡਵਰਬ ਵੀ ਆ ਜਾਂਦਾ ਹੈ, ਜਿਸ ਤਰ੍ਹਾਂ ਅਸੀਂ ਕਹੀਏ ਵੀ ਹਮੇਸ਼ਾ ਵਾਲਾ, ਕੋਈ ਕਦੇ ਵੀ ਨਹੀਂ ਵਾਲਾ, ਕੋਈ ਇਹੋ ਜਾਏਗਾ, ਉਹ ਆਪਾਂ ਨਾਲ ਦੀ ਨਾਲ ਕਰਦੇ ਰਹਾਂਗੇ। ਤਾਂ ਇਹਨਾਂ ਨੂੰ ਅੱਛੀ ਤਰ੍ਹਾਂ ਸਮਝ ਲੈਣਾ ਹੈ ਕਿ ਬੜੇ ਸੌਖੇ ਨੇ। ਵੈਸੇ ਕਿਹੋ ਜਿਹੇ ਸੈਂਟੈਂਸਸ ਹੋਣਗੇ? ਕਿਰਪਾ ਕਰਕੇ ਮੈਨੂੰ ਆਪਣੀ ਪੁਸਤਕ ਦੇਵੋ। ਪਲੀਜ਼ ਗਿਵ ਮੀ, ਹੁਣ ਗਿਵ ਵਰਬ ਹੈ ਇੱਥੇ, ਪਲੀਜ਼ ਗਿਵ ਮੀ ਯੂਅਰ ਬੁੱਕ। ਅਗਰ ਇਸ 'ਚ ਕੋਈ ਡਿਟੇਲ ਹੁੰਦੀ ਕਿ ਕੁਝ ਦਿਨਾਂ ਵਾਸਤੇ, ਕੁਝ ਘੰਟਿਆਂ ਵਾਸਤੇ, ਤਾਂ ਅਸੀਂ ਉਹ ਲਾ ਦੇਣਾ ਸੀਗਾ ਕਿ ਪਲੀਜ਼ ਗਿਵ ਮੀ ਯੂਅਰ ਬੁੱਕ ਫॉर ਸਮ ਡੇਜ਼, ਫॉर ਅ ਫਿਊ ਆਵਰਸ, ਉਸ ਤਰ੍ਹਾਂ ਲੱਗ ਜਾਣਾ ਹੈ। ਕਿਰਪਾ ਕਰਕੇ ਮੈਨੂੰ 2 ਦਿਨ ਦੀ ਛੁੱਟੀ ਦੇਵੋ ਜੀ। ਜਦੋਂ ਆਪਾਂ ਕਿਸੇ ਸੀਨੀਅਰ ਟੀਚਰ, ਪ੍ਰਿੰਸੀਪਲ ਜਾਂ ਕਿਸੇ ਆਫਿਸਰ ਨੂੰ ਲਿਖਦੇ ਹਾਂ, ਫਿਰ ਅਸੀਂ ਪਲੀਜ਼ ਦੀ ਬਜਾਏ ਕਾਈਂਡਲੀ ਲਾ ਲੈਂਦੇ ਹੁੰਦੇ ਹਾਂ। ਕਾਈਂਡਲੀ ਗ੍ਰਾਂਟ ਮੀ ਲੀਵ ਫॉर 2 days, ਕਾਈਂਡਲੀ ਗ੍ਰਾਂਟ ਮੀ ਲੀਵ ਫॉर 2 days। ਗਰੀਬਾਂ ਅਤੇ ਲੋੜਵੰਦਾਂ ਦੀ ਹਮੇਸ਼ਾ ਸਹਾਇਤਾ ਕਰੋ। ਆਲਵੇਜ਼ ਹੈਲਪ ਦਾ ਪੂਅਰ ਐਂਡ ਦਾ ਨੀਡੀ, ਦਾ ਪੂਅਰ ਐਂਡ ਦਾ ਨੀਡੀ, ਜਾਣੀ ਗਰੀਬਾਂ ਅਤੇ ਲੋੜਵੰਦਾਂ ਦੀ ਹਮੇਸ਼ਾ ਸਹਾਇਤਾ ਕਰੋ। ਔਰ ਇਹ ਜਿਹੜੇ ਇੰਪੈਰੇਟਿਵ ਨੇ ਨਾ, ਜ਼ਿਆਦਾ ਆਪਾਂ ਇਹਨਾਂ ਦੀ ਪੈਸਿਵ ਕਰਾਂਗੇ ਤਾਂ ਤੁਸੀਂ ਦੇਖੋਗੇ ਇਹਨਾਂ ਦੇ ਵਿੱਚ ਬੀ ਦੀ ਵਰਤੋਂ ਅਸੀਂ ਕਰਾਂਗੇ, BEB ਹਮੇਸ਼ਾ। ਰੱਬ ਵਿੱਚ ਭਰੋਸਾ ਕਰੋ ਅਤੇ ਨੇਕ ਕੰਮ ਕਰੋ। ਟਰਸਟ ਇਨ ਗੋਡ ਐਂਡ ਡੂ ਗੁੱਡ ਡੀਡਸ। ਇਹਨੂੰ ਇੱਦਾਂ ਵੀ ਕਹਿ ਸਕਦੇ ਹਾਂ ਕਿ ਟਰਸਟ ਇਨ ਗੋਡ ਐਂਡ ਡੂ ਦਾ ਰਾਈਟ, ਟਰਸਟ ਇਨ ਗੋਡ ਐਂਡ ਡੂ ਦਾ ਰਾਈਟ, ਜਾਂ ਟਰਸਟ ਇਨ ਗੋਡ ਐਂਡ ਡੂ ਗੁੱਡ ਡੀਡਸ। ਵੱਡਿਆਂ ਦਾ ਆਦਰ ਕਰੋ ਅਤੇ ਬੱਚਿਆਂ ਨੂੰ ਪਿਆਰ ਕਰੋ। ਰਿਸਪੈਕਟ ਦਾ elders and love the children। ਸਭ ਨੂੰ ਪਿਆਰ ਕਰੋ ਅਤੇ ਕਿਸੇ ਨੂੰ ਵੀ ਨਫ਼ਰਤ ਨਾ ਕਰੋ। love all and hate none, love all and hate none। ਮਿੱਤਰ ਨੂੰ ਕਦੀ ਵੀ ਧੋਖਾ ਨਾ ਦਿਓ। never cheat a friend, never cheat a friend। ਧੁੱਪ ਵਿੱਚ ਖੜੇ ਨਾ ਹੋਵੋ। don't stand in the sun, ਤੋ in the sun ਤੋਂ ਭਾਵ ਇੱਥੇ ਹੈ ਧੁੱਪ ਵਿੱਚ। don't stand in the sun। ਕਰ ਭਲਾ ਹੋ ਭਲਾ। do good have good, ਇਹ ਕਹਾਵਤ ਵੀ ਆ, do good have good। ਮੁਆਫ ਕਰੋ ਅਤੇ ਭੁੱਲ ਜਾਵੋ। forgive and forget, forgive and forget। ਇਹ ਪੂਰੀ ਜਿਹੜੀ ਕਹਾਵਤ ਹੈ ਇਹ ਇਸ ਤਰ੍ਹਾਂ ਵੀ ਆ ਜਾਂਦੀ ਆ, forgive and forget you will never regret। ਕਿ ਅਗਰ ਤੁਸੀਂ ਖਿਮਾ ਕਰਦੇ ਹੋ ਤਾਂ ਉਸ ਗੱਲ ਨੂੰ ਭੁੱਲ ਜਾਂਦੇ ਹੋ ਤੇ ਤੁਸੀਂ ਕਦੇ ਵੀ ਪਛਤਾਓਗੇ ਨਹੀਂ। ਇਸ ਤਰ੍ਹਾਂ ਵੀ ਇਹ ਹੁੰਦਾ ਹੈਗਾ, forgive and forget you will never regret। ਚੰਗੀ ਸੰਗਤ ਰੱਖੋ ਅਤੇ ਚੰਗੀਆਂ ਪੁਸਤਕਾਂ ਪੜ੍ਹੋ। ਕੀਪ ਗੁੱਡ ਕੰਪਨੀ, ਕੀਪ ਗੁੱਡ ਕੰਪਨੀ ਐਂਡ ਰੀਡ ਗੁੱਡ ਬੁੱਕਸ। ਆਪਣੀ ਸੰਸਥਾ ਨੂੰ ਸਾਫ ਸੁਥਰਾ ਰੱਖੋ। ਕੀਪ ਯੂਅਰ ਇੰਸਟੀਟਿਊਸ਼ਨ ਨੀਟ ਐਂਡ ਕਲੀਨ, keep your institution neat and clean। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। obey the traffic rules।
ਇਹਨੂੰ ਅਸੀਂ ਜੇ ਇਦਾਂ ਕਹੀਏ ਕਿ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, always obey the traffic rules। ਆਪਣੇ ਜੁੱਤੇ ਇੱਥੇ ਉਤਾਰੋ। ਹੁਣ ਜੁੱਤੇ ਉਤਾਰਨਾ ਕਦੇ ਵੀ ਭੁੱਲ ਕੇ ਵੀ ਪੁੱਟ ਆਫ ਜਾਂ ਪੁੱਟ ਆਊਟ ਨਹੀਂ ਕਹਿਣਾ। ਕੋਈ ਵੀ ਚੀਜ਼ ਚਾਹੇ ਬਸਤਰ ਹੈ ਤੇ ਚਾਹੇ ਜੁੱਤੇ ਨੇ, ਉਹਦੀ ਇੰਗਲਿਸ਼ ਹੁੰਦੀ ਹੈ ਟੇਕ ਆਫ। ਈਡੀਅਮ ਵੀ ਇਹ ਹੈ। ਪਲੀਜ਼ ਟੇਕ ਆਫ ਯੂਅਰ ਸ਼ੂਜ਼ ਹੀਅਰ। ਪਲੀਜ਼ ਟੇਕ ਆਫ ਯੂਅਰ ਸ਼ੂਜ਼ ਹੀਅਰ। ਬਿਨਾਂ ਆਗਿਆ ਅੰਦਰ ਨਾ ਆਓ। ਡੋਂਟ ਐਂਟਰ ਵਿਦਆਊਟ ਪਰਮਿਸ਼ਨ। ਇਹ ਇੱਦਾਂ ਵੀ ਕਿਹਾ ਜਾ ਸਕਦਾ ਸੀਗਾ ਕਿ ਡੋਂਟ ਕਮ ਇਨਸਾਈਡ ਵਿਦਆਊਟ ਪਰਮਿਸ਼ਨ, ਜਾਂ ਇੱਦਾਂ ਵੀ ਲਿਖਿਆ ਹੁੰਦਾ ਕਈ ਵਾਰ ਤੁਸੀਂ ਦੇਖੋਗੇ ਕਿਸੇ ਅਦਾਰੇ ਦੇ ਅੱਗੇ ਕਿ ਨੋ ਐਂਟਰੀ ਵਿਦਆਊਟ ਪਰਮਿਸ਼ਨ। ਕਿਸੇ ਵੀ ਰੂਪ 'ਚ ਆਪਾਂ ਕਹਿ ਸਕਦੇ ਹਾਂ ਐਂਟਰ ਨਾਲ ਪ੍ਰੈਪੋਜੀਸ਼ਨ ਕੋਈ ਨਹੀਂ ਲਾਉਣੀ, ਤਾਂ ਆਪਾਂ ਇਹ ਕਹਾਂਗੇ ਡੋਂਟ ਐਂਟਰ ਵਿਦਆਊਟ ਪਰਮਿਸ਼ਨ ਜਾਂ ਨੋ ਐਂਟਰੀ ਵਿਦਆਊਟ ਪਰਮਿਸ਼ਨ। ਕਿਰਪਾ ਕਰਕੇ ਖਾਣਾ ਪਰੋਸ ਦੇਵੋ। ਪਲੀਜ਼ ਲੇ ਦਾ ਟੇਬਲ। ਟੂ ਲੇ ਦਾ ਟੇਬਲ ਈਡੀਅਮ ਹੈ ਖਾਣਾ ਪਰੋਸਣਾ। ਪਲੀਜ਼ ਲੇ ਦਾ ਟੇਬਲ। ਜੇ ਅਸੀਂ ਇਹ ਕਹਿਣਾ ਹੋਵੇ ਨਾ ਕਿ ਵੀ ਆਪਣੇ ਖਾਣੇ ਲਈ ਆਪਣੇ ਆਪ ਨੂੰ ਬਦਲ ਲਵੋ, ਭਾਵ ਕਿ ਆਪਣੀ ਡਰੈਸ ਚੇਂਜ ਕਰ ਲਵੋ, ਤਾਂ ਫਿਰ ਸਿੰਪਲ ਇੰਨਾ ਕਹਿੰਦੇ ਹੁੰਦੇ ਆ ਕਿ ਚੇਂਜ ਫॉर ਦਾ ਡਿਨਰ, ਚੇਂਜ ਫॉर ਦਾ ਡਿਨਰ। ਜੇ ਅਸੀਂ ਸਰਵ ਕਰਦੇ ਹਾਂ ਤਾਂ ਫਿਰ ਅਸੀਂ ਕੋਈ ਚੀਜ਼ ਇਹ ਵੀ ਕਹਿ ਸਕਦੇ ਹਾਂ ਕਿ ਪਲੀਜ਼ ਸਰਵ ਦਾ ਸਵੀਟ ਡਿਸ਼, ਪਲੀਜ਼ ਸਰਵ ਦਾ ਵੈਜੀਟੇਬਲਸ, ਜੋ ਵੀ ਅਸੀਂ ਕਹਿਣਾ ਹੋਵੇ। ਮੇਰੀ ਸ਼ਾਦੀ 'ਤੇ ਜ਼ਰੂਰ ਆਉਣਾ। ਪਲੀਜ਼ ਡੂ ਕਮ। ਜ਼ਰੂਰ ਆਉਣਾ, ਬੇਨਤੀ ਕਰ ਰਹੇ ਨਾ। ਪਲੀਜ਼ ਡੂ ਕਮ ਐਟ ਮਾਈ ਮੈਰਿਜ ਜਾਂ ਔਨ ਮਾਈ ਮੈਰਿਜ। ਇਸ ਨੂੰ ਹੁਣ ਹੀ ਕਰੋ। ਡੂ ਇਟ ਜਸਟ ਨਾਓ, ਜਾਂ ਡੂ ਇਟ ਐਟ ਵੰਸ, ਜਾਂ ਡੂ ਇਟ ਜਸਟ ਨਾਓ। ਮੇਰੀ ਗੱਲ ਧਿਆਨ ਨਾਲ ਸੁਣੋ। ਲਿਸਨ ਟੂ ਮੀ ਕੇਅਰਫੁਲੀ, ਜਾਂ ਲਿਸਨ ਟੂ ਮੀ ਅਟੈਂਟਿਵਲੀ, ਜਾਂ ਸੌਖਾ ਕੇਅਰਫੁਲੀ ਅਸੀਂ ਲਾ ਸਕਦੇ ਹਾਂ। ਤਾਂ ਲਿਸਨ ਨਾਲ ਜਿਹੜੀ ਪ੍ਰੈਪੋਜੀਸ਼ਨ ਲਾਉਣੀ ਹੈ ਹਮੇਸ਼ਾ ਟੂ ਲਾਉਣੀ ਹੈ। ਔਰ ਲਿਸਨ ਤੇ ਹੀਅਰ ਦੇ ਵਿੱਚ ਫਰਕ ਇਹ ਹੁੰਦਾ ਕਿ ਹੀਅਰ ਅਸੀਂ ਨਾਰਮਲ ਤੌਰ 'ਤੇ ਕੋਈ ਵੀ ਚੀਜ਼ ਸੁਣੀ ਜਾਂਦੇ ਹਾਂ। ਜਦ ਅਸੀਂ ਕਿਸੇ ਚੀਜ਼ ਵੱਲ ਧਿਆਨ ਦਿੰਦੇ ਹਾਂ ਜਾਂ ਧਿਆਨ ਨਾਲ ਉਸ ਨੂੰ ਸੁਣਦੇ ਹਾਂ ਤੇ ਫਿਰ ਅਸੀਂ ਲਿਸਨ ਦੀ ਵਰਤੋਂ ਕਰਾਂਗੇ। ਮੇਰੇ ਲਈ ਇੱਕ ਪਾਣੀ ਦਾ ਗਲਾਸ ਲਿਆਵੋ। ਪਲੀਜ਼ ਬ੍ਰਿੰਗ ਅ ਗਲਾਸ ਆਫ ਵਾਟਰ ਫॉर ਮੀ। ਜੇ ਆਪਾਂ ਇੱਦਾਂ ਦੀ ਸੈਂਸ ਦੇਣੀ ਹੋਵੇ ਕਿ ਜਾਓ ਅਤੇ ਮੇਰੇ ਲਈ ਇੱਕ ਪਾਣੀ ਦਾ ਗਲਾਸ ਲਿਆਓ, ਫੈਚ ਮੀ ਏ ਗਲਾਸ ਆਫ ਵਾਟਰ। ਅਸੀਂ ਵੈਸੇ ਗਲਾਸ ਕਹਿੰਦੇ ਆ, ਅੱਜ ਕੱਲ੍ਹ ਬਿਲਕੁਲ ਪ੍ਰਚਲਿਤ ਆ, ਇਸ ਨੂੰ ਗਲਤ ਨਹੀਂ ਕੀਤਾ ਜਾਊਗਾ। ਉਂਝ ਜਿਹੜਾ ਸਾਡਾ ਭਾਂਡਾ ਜਿਹਨੂੰ ਅਸੀਂ ਗਲਾਸ ਕਹਿੰਦੇ ਆ, ਐਕਚੁਅਲੀ ਉਹਦੀ ਅੰਗਰੇਜ਼ੀ ਹੈਗੀ ਆ ਟੰਬਲਰ। ਜੇ ਅਸੀਂ ਸ਼ੀਸ਼ੇ ਦਾ ਗਲਾਸ ਕਹਿਣਾ ਹੋਵੇ ਤਾਂ ਅਸੀਂ ਕਹਾਂਗੇ ਗਲਾਸ ਟੰਬਲਰ। ਬਰਾਸ ਟੰਬਲਰ ਜਾਨੀ ਪਿੱਤਲ ਦਾ ਗਲਾਸ। ਇਸੇ ਤਰ੍ਹਾਂ ਆਪਾਂ ਕਹਾਂਗੇ ਕਿ ਸਟੀਲ ਟੰਬਲਰ ਜਾਨੀ ਅਸਲੀ ਟੰਬਲਰ ਆ। ਲੇਕਿਨ ਹੁਣ ਗਲਾਸ ਇੰਨਾ ਪ੍ਰਚਲਿਤ ਹੋ ਚੁੱਕਿਆ ਹੈਗਾ ਗਾ ਕਿ ਇਸ ਨੂੰ ਕੋਈ ਗਲਤ ਨਹੀਂ ਕਿਹਾ ਜਾ ਸਕਦਾ। ਨੀਲੀ ਸਿਆਹੀ ਨਾਲ ਲਿਖੋ। ਰਾਈਟ ਇਨ ਬਲੂ ਇੰਕ, ਵਿਦ ਨਹੀਂ ਲਾਉਣਾ, ਰਾਈਟ ਇਨ ਬਲੂ ਇੰਕ। ਬੱਲਬ ਬੁਝਾ ਦੇਵੋ ਅਤੇ ਪੱਖਾ ਚਲਾ ਦੇਵੋ। ਹੁਣ ਕੋਈ ਵੀ ਚੀਜ਼ ਬਿਜਲੀ ਦੀ ਬੁਝਾਉਣੀ ਹੈ ਉਹਦੇ ਵਾਸਤੇ ਹੈ ਸਵਿਚ ਆਫ। ਸਵਿਚ ਆਫ ਦਾ ਬਲਬ ਜਾਂ ਸਵਿਚ ਆਫ ਦਾ ਲਾਈਟ ਵੀ ਹੋ ਸਕਦਾ ਹੈਗਾ। ਸਵਿਚ ਆਫ ਦਾ ਬਲਬ ਜਾਂ ਸਵਿਚ ਆਫ ਦਾ ਲਾਈਟ ਐਂਡ ਸਵਿਚ ਔਨ ਦਾ ਫੈਨ। ਵਿਦਿਆਰਥੀਆਂ ਨੂੰ ਅੰਦਰ ਆਉਣ ਦਿਓ। ਲੈਟ ਦਾ ਸਟੂਡੈਂਟਸ, ਲੈਟ ਲਾਵਾਂਗੇ, ਲੈਟ ਦਾ ਸਟੂਡੈਂਟਸ ਕਮ ਇਨ। ਲੈਟ ਦਾ ਸਟੂਡੈਂਟਸ ਕਮ ਇਨ ਜਾਂ ਲੈਟ ਦਾ ਸਟੂਡੈਂਟਸ ਐਂਟਰ ਵੀ ਆਪਾਂ ਕਹਿ ਸਕਦੇ ਹਾਂ। ਉਹਨਾਂ ਨੂੰ ਜੋ ਚਾਹੁੰਦੇ ਹਨ ਕਰਨ ਦਿਓ। ਲੈਟ ਦੈਮ ਡੂ, ਉਹਨਾਂ ਨੂੰ ਕਰਨ ਦਿਓ। ਲੈਟ ਦੈਮ ਡੂ ਵਟ ਐਵਰ ਦੇ ਵਾਂਟ ਜਾਂ ਵਟ ਦੇ ਵਾਂਟ। ਆਓ ਭੇਦ ਭਾਵ ਮਿਟਾ ਕੇ ਭਰਾਵਾਂ ਵਾਂਗ ਰਹੀਏ।
ਲੈਟ ਅਸ ਬਰੀ ਦਾ ਹੈਚਟ। ਇਹ ਅਸੀਂ ਇੱਥੇ ਇੱਕ ਮੁਹਾਵਰਾ ਲਾਉਣਾ, ਬੜਾ ਇੰਪੋਰਟੈਂਟ ਈਡੀਅਮ ਹੈ, ਟੂ ਬਰੀ ਦਾ ਹੈਚਟ। ਲੈਟ ਅਸ ਬਰੀ ਦਾ ਹੈਚਟ ਐਂਡ ਲਿਵ ਲਾਈਕ ਬ੍ਰਦਰਸ। ਬਰੀ ਬਿਜੂਅਰ ਬਾਈ, ਹੈਚਟ HATCHET। ਹੈਚਟ ਐਕਚੁਅਲੀ ਇੱਕ ਕਿਸਮ ਦੀ ਕੁਹਾੜੀ ਹੁੰਦੀ ਹੈ। ਇਹਦੀ ਬੈਕਗਰਾਉਂਡ ਇਹ ਹੁੰਦੀ ਹੈਗੀ ਆ, ਇਹ ਖਾਸ ਤੌਰ 'ਤੇ ਅਮਰੀਕਾ ਦੇ ਰੈਫਰੈਂਸ 'ਚ ਗੱਲ ਕਰਦੇ ਨੇ ਕਿ ਵੀ ਕੁਝ ਕਬੀਲੇ ਜਿਹੜੇ ਸੀ ਆਪਸ 'ਚ ਲੜਦੇ ਰਹਿੰਦੇ ਸੀ, ਝਗੜਦੇ ਰਹਿੰਦੇ ਸੀਗੇ, ਅਤੇ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਵੀ ਆਪਾਂ ਹੁਣ ਆਪਸ 'ਚ ਲੜਾਈ ਝਗੜਾ ਜਿਹੜਾ ਹੈ ਬਿਲਕੁਲ ਬੰਦ ਕਰ ਦੇਣਾ ਗਾ। ਅਤੇ ਫਿਰ ਸੰਕੇਤ ਦੇ ਤੌਰ 'ਤੇ, ਲੜਾਈ ਝਗੜੇ ਬੰਦ ਕਰਨ ਦੇ ਸੰਕੇਤ ਦੇ ਤੌਰ 'ਤੇ ਕੀ ਕੀਤਾ ਕਿ ਜਿਹੜੀਆਂ ਉਹਨਾਂ ਕੋਲ ਲੜਨ ਵਾਸਤੇ ਕੁਹਾੜੀਆਂ ਸੀਗੀਆਂ, ਹੈਚਟਸ ਸੀ, ਕਈ ਤਾਂ ਇਹ ਵੀ ਕਹਿੰਦੇ ਨੇ ਵੀ ਉਹ ਕੁਹਾੜੀਆਂ ਉਦੋਂ ਲੱਕੜ ਦੀਆਂ ਹੁੰਦੀਆਂ ਸੀ, ਪਰ ਸ਼ੋਰ ਨਹੀਂ, ਦੂਜੀ ਕੁਹਾੜੀ ਵੀ ਹੋ ਸਕਦੀ ਹੈ। ਤਾਂ ਉਹ ਜਿਹੜੀਆਂ ਕੁਹਾੜੀਆਂ ਸੀ, ਟੋਆ ਪੱਟ ਗਿਆ ਪਰ ਦੱਬ ਦੀਏ, ਕਿਉਂਕਿ ਹੁਣ ਆਪਾਂ ਲੜਨਾ ਨਹੀਂ ਗਾ। ਤਾਂ ਉੱਥੋਂ ਇਹ ਈਡੀਅਮ ਬਣਿਆ ਹੈ ਟੂ ਬਰੀ ਦਾ ਹੈਚਟ, HATCHET। ਲੈਟ ਅਸ ਬਰੀ ਦਾ ਹੈਚਟ ਐਂਡ ਲਿਵ ਲਾਈਕ ਬ੍ਰਦਰਸ। ਕਈ ਵਾਰ ਅਸੀਂ ਇਹ ਵੀ ਕਹਿ ਦਿੰਦੇ ਹੁੰਦੇ ਹਾਂ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਨੂੰ ਭੇਦਭਾਵ ਖਤਮ ਕਰਕੇ ਚੰਗੇ ਪੜੋਸੀਆਂ ਵਾਂਗ ਰਹਿਣਾ ਚਾਹੀਦਾ ਹੈ। ਫਿਰ ਅਸੀਂ ਐਂ ਕਹਾਂਗੇ ਕਿ ਇੰਡੀਆ ਐਂਡ ਪਾਕਿਸਤਾਨ ਸ਼ੁੱਡ ਬਰੀ ਦਾ ਹੈਚਟ ਐਂਡ ਲਿਵ ਲਾਈਕ ਗੁੱਡ ਨੇਬਰਸ। ਆਓ ਆਪਣੇ ਫਰਜ਼ ਨੂੰ ਸੱਚੇ ਮਨ ਨਾਲ ਪੂਰਾ ਕਰਨ ਦਾ ਪ੍ਰਣ ਲਈਏ। ਪ੍ਰਣ ਲੈਣਾ ਹੁੰਦਾ ਪਲੈਜ ਜਾਂ ਟੇਕ ਏ ਪਲੈਜ। ਲੈਟ ਅਸ ਟੇਕ ਏ ਪਲੈਜ, PLEDGE। ਪਲੈਜ ਹੁੰਦਾ ਪ੍ਰਣ। ਲੈਟ ਅਸ ਟੇਕ ਏ ਪਲੈਜ ਜਾਂ ਲੈਟ ਅਸ ਪਲੈਜ ਵੀ ਸਿੱਧਾ ਆਸਰਾ, ਕਿਉਂਕਿ ਪਲੈਜ ਨਾਉਨ ਵੀ ਆ, ਵਰਬ ਵੀ ਆ। ਲੈਟ ਅਸ ਪਲੈਜ ਜਾਂ ਲੈਟ ਅਸ ਟੇਕ ਏ ਪਲੈਜ ਟੂ ਡੂ ਆਵਰ ਡਿਊਟੀਜ਼ ਸਿੰਸੀਅਰਲੀ। ਸੱਚੇ ਮਨ ਨਾਲ ਅਸੀਂ ਕਹਿ ਸਕਦੇ ਹਾਂ ਸਿੰਸੀਅਰਲੀ। ਇਮਤਿਹਾਨ ਲਈ ਆਪਣੀਆਂ ਕਮਰਾਂ ਕਸ ਲਵੋ। ਗਰਡ ਅਪ ਯੂਰ ਲੋਇਨਸ। gird up, GIRD, gird up your loins, LOINS, loins for the examination। ਇਹ ਇਮਤਿਹਾਨਾਂ ਲਈ ਹੁੰਦਾ, ਫॉर द ਐਗਜ਼ਾਮੀਨੇਸ਼ਨਸ ਕਰ ਦਿੰਦੇ। ਹੁਣ ਇਹ ਵੀ ਇੱਕ ਬੜਾ ਇੰਪੋਰਟੈਂਟ ਈਡੀਅਮ ਹੈ ਜਿਹੜਾ ਤੁਸੀਂ ਯਾਦ ਕਰ ਲੈਣਾ। ਇਹ ਇੱਦਾਂ ਆਉਂਦਾ ਹੁੰਦਾ ਗਾ ਜਦੋਂ ਵਰਤੋਂ ਵਾਸਤੇ ਆਉਂਦਾ ਪੇਪਰ ਦੇ ਵਿੱਚ, ਟੂ ਗਰਡ ਅਪ ਵਨਸ ਲੋਇਨ, ਇੱਦਾਂ ਆਉਂਦਾ ਹੁੰਦਾ ਗਾ। ਤਾਂ ਲੋਇਨ ਕੀ ਹੁੰਦੀ ਆ? ਕਮਰ ਜਾਂ ਲੱਕ। ਇੱਕ ਦੇਖੋ ਵਰਡ ਹੁੰਦਾ ਲਾਇਨ, LION, ਲਾਇਨ ਹੁੰਦਾ ਸ਼ੇਰ, ਇਹ ਹੈ ਲੋਇਨ, LOIN। ਲੋਇਨ ਹੁੰਦੀ ਆ ਕਮਰ ਜਾਂ ਲੱਕ। ਇੱਕ ਅੰਗਰੇਜ਼ੀ ਹੋਰ ਵੀ ਹੁੰਦੀ ਆ ਵੇਸਟ, WAIST, ਵੇਸਟ, ਉਹਦਾ ਭਾਵ ਵੀ ਲੱਕ ਜਾਂ ਕਮਰ ਹੁੰਦਾ। ਤਾਂ ਇੱਥੇ ਕੀ ਆ? ਗਰਡ ਅਪ। ਗਰਡ ਅਪ ਹੁੰਦਾ ਜਾਣੀ ਕਮਰ ਕਸ ਕਰ ਲੈਣੀ, ਬੰਨ ਲੈਣਾ ਕੁਛ, ਹੈ ਨਾ, ਜਿਵੇਂ ਬੈਲਟ ਵੀ ਹੁੰਦੀ ਹੈ, ਗਰਡਲ ਕਹਿ ਦਿੰਦੇ ਆਪਾਂ। ਲੈਟ ਅਸ gird up our loins for the examination। ਲੇਕਿਨ ਇੱਥੇ ਸਿੱਧਾ ਇੰਪੈਰੇਟਿਵ ਹੈ ਕਿ gird up your loins for the examination। ਤੋ ਇਸ ਤਰ੍ਹਾਂ ਨਾਲ ਇਹ ਤੁਸੀਂ ਇਹਨੇ ਯਾਦ ਕਰਨੇ ਹੈਗੇ ਨੇ, ਸਮਝ ਲੈਣਾ ਹੈਗਾ ਗਾ। ਸਿਮਿਲਰ ਸੈਂਟੈਂਸਿਸ ਦੀ ਪ੍ਰੈਕਟਿਸ ਕਰ ਲਿਓ। ਮਾਈ ਬੈਸਟ ਵਿਸ਼ੇਜ਼। Stay healthy, stay happy. God bless you.